ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਏ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਡੇ ਰਾਹੀਂ ਜੀ। ਧਾਲੀਵਾਲ ਸਾਹਿਬ, ਆਖਰ ਬੀਜੇਪੀ ਸਰਕਾਰ ਮੰਨ ਗਈ, ਅੰਦੋਲਨ ਹੁਣ ਵਾਪਸ ਹੋਣ ਦੇ ਕੰਢੇ ਤੇ ਹੈ ਤੇ ਅੱਜ ਸਾਡੀ ਜੋ ਗੱਲਬਾਤ ਦਾ ਵਿਸ਼ਾ ਕਿ ਪੰਜਾਬ ਦੇ ਕਈ ਲੀਡਰ ਸੀ, ਕਈ ਸਿਆਸੀ ਪਾਰਟੀਆਂ ਸੀ ਤੇ ਕਈ ਨਵੀਆਂ ਬਣੀਆਂ ਪਾਰਟੀਆਂ ਸੀ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਗੱਲ ਕਰ ਲਈਏ, ਇਹਨਾਂ ਦੇ ਸਾਹ 'ਚ ਵੀ ਸਾਹ ਆਇਆ ਕਿਉਂਕਿ ਇਹਨਾਂ ਦੀ ਜੋ ਰਾਜਨੀਤਿਕ ਸਾਹ ਨੇ ਉਹ ਸਾਹ ਇਹਨਾਂ ਦੇ ਬੀਜੇਪੀ ਦੇ ਨਾਲ ਇਹਨਾਂ ਨੂੰ ਆਸ ਸੀ ਕਿ ਉੱਧਰੋਂ ਹੀ ਸਾਨੂੰ ਕੋਈ ਹੁੰਗਾਰਾ ਆਊਗਾ ਤਾਂ ਫਿਰ ਮਿਲ ਕੇ ਚੱਲਾਂਗੇ। ਤੇ ਦੂਜੇ ਪਾਸੇ ਇਹਨੂੰ ਲੱਗਦਾ ਸੀ ਕਿ ਕਿਸਾਨ ਤਾਂ ਯਾਰ ਹੁਣ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ, ਉੱਧਰ ਬੀਜੇਪੀ ਸਰਕਾਰ ਮੰਨ ਨਹੀਂ ਰਹੀ ਕਿ ਸਾਡਾ ਕੀ ਬਣੂਗਾ ਹੁਣ ਪੰਜਾਬ ਦੀ। ਚਾਹੇ ਤੁਸੀਂ ਮੌਜੂਦਾ ਕਾਂਗਰਸ ਦੀ ਗੱਲ ਕਰ ਲਓ, ਮੌਜੂਦਾ ਕਾਂਗਰਸ ਫਸੀ ਹੋਈ ਸੀ, ਸ਼੍ਰੋਮਣੀ ਅਕਾਲੀ ਦਲ ਵਿੱਚ ਫਸਿਆ ਹੋਇਆ ਸੀ। ਹੁਣ ਸਾਰੇ ਲੀਡਰਾਂ ਨੂੰ ਆਖਰ ਇਹ ਗੱਲ ਉਹਨਾਂ ਨੂੰ ਜੱਚਦੀ ਹੈ ਕਿ ਯਾਰ ਕਿਸਾਨ ਅੰਦੋਲਨ ਹੁਣ ਵਾਪਸ ਹੋਣ ਦੇ ਕਿਨਾਰੇ ਤੇ ਹੈ ਤੇ ਅਸੀਂ ਆਪਣੀਆਂ ਸਰਗਰਮੀਆਂ ਵਿੱਢਾਂਗੇ। ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨਾਲ ਉਗਰਾਹਾਂ ਸਾਹਿਬ ਬੈਠੇ ਸੀ, ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ। ਉਹ ਉਗਰਾਹਾਂ ਸਾਹਿਬ ਨੂੰ ਸੁਨੇਹਾ ਦੇਣ ਲਈ ਕਹਿੰਦੇ ਨੇ, ਉਗਰਾਹਾਂ ਸਾਹਿਬ ਕਹਿੰਦੇ ਨੇ ਕਿ ਹੁਣ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਕਾਂਗਰਸ ਦਾ ਹੁਣ ਜੋ ਵਿਰੋਧ ਸੀ ਉਸ ਦਾ ਬਾਈਕਾਟ ਹੁਣ ਵਿਰੋਧ ਨਹੀਂ ਹੋਊਗਾ। ਸਹਿਮਤੀ ਦੇ ਵਿੱਚ ਸਾਰੇ ਮੇਜ਼ ਵੀ ਥਪਥਪਾਉਂਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਤਾਰੀਫਾਂ ਦੇ ਪੁਲ ਬੰਨ ਰਹੇ ਨੇ ਕਿ ਬੜਾ ਅੱਛਾ ਫੈਸਲਾ ਲਿਆ। ਉਹ ਤਾਂ ਇੱਥੋਂ ਤੱਕ ਵੀ ਚਲੇ ਗਏ ਕਿ ਕਿਸਾਨਾਂ ਨੂੰ ਵਾਪਸ ਆ ਜਾਣਾ ਚਾਹੀਦਾ, ਨਰਿੰਦਰ ਮੋਦੀ ਆਪ ਹੀ ਸੰਸਦ ਦੇ ਵਿੱਚ ਇਹ ਕਾਨੂੰਨ ਰੱਦ ਕਰ ਦੇਣਗੇ। ਤੀਜੀ ਗੱਲ, ਸ਼੍ਰੋਮਣੀ ਅਕਾਲੀ ਦਲ ਜੋ ਇਸ ਮਾਮਲੇ ਤੇ ਫਸਿਆ ਹੋਇਆ ਸੀ, ਅਸਤੀਫਾ ਭਾਵੇਂ ਦਿੱਤਾ, ਅਸਤੀਫਾ ਦੇਰ ਹੀ ਹੋ ਗਈ ਅਸਤੀਫਾ ਦੇਣ ਦੇ ਵਿੱਚ। ਇਸ ਗੱਲ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਸਵੀਕਾਰਦੇ ਨੇ ਕਿ ਅਸੀਂ ਲੇਟ ਹੋ ਗਏ ਅਸਤੀਫੇ 'ਚ, ਲਗਾਤਾਰ ਵਿਰੋਧ ਹੋ ਰਿਹਾ ਸੀ, ਉਹਨਾਂ ਲਈ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਂ। ਹੁਣ ਅੰਦੋਲਨ ਤੋਂ ਬਾਅਦ ਪੰਜਾਬ ਦੀ ਸਿਆਸਤ ਤੇ ਸਾਰੇ ਬੀਜੇਪੀ ਵੱਲ ਟਿਕੇ ਲਗਾ ਕੇ ਦੇਖ ਰਹੇ ਲੀਡਰ, ਇਹਨਾਂ ਦਾ ਤੁਸੀਂ ਆਪਣਾ ਅਧਿਐਨ ਕਿਵੇਂ ਕਰੋਗੇ ਧਾਲੀਵਾਲ ਸਾਹਿਬ? ਕਿਵੇਂ ਦੇਖੋਗੇ ਕਿ ਹੁਣ ਫਿਰ ਅੱਗੇ ਕਿਵੇਂ ਵਧਣਗੇ ਪੰਜਾਬ 'ਚ ਇਹ? ਭੰਗੂ ਸਾਹਿਬ, ਮੇਰੇ ਖਿਆਲ ਵੀ ਇਸ ਨੂੰ ਨਾ ਆਪਾਂ ਦੋ ਭਾਗਾਂ ਵਿੱਚ ਵੰਡ ਲੈਣਾ ਚਾਹੀਦਾ ਹੈ। ਇੱਕ ਤਾਂ ਆਪਾਂ ਕਹੀਏ ਕਿ ਪੰਜਾਬ ਦੀ ਸਿਆਸਤ ਪਹਿਲਾਂ ਤੇ ਹੁਣ ਜੀ, ਇੱਕ ਪੰਜਾਬ ਦੀ ਸਿਆਸਤ ਉੱਪਰ ਅੰਦੋਲਨ ਦਾ ਪ੍ਰਭਾਵ। ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਜੇ ਆਪਾਂ ਕਹੀਏ ਕਿ ਪਿਛਲੀਆਂ ਇਲੈਕਸ਼ਨਾਂ 'ਚ 5 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਾਰ ਪਈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਇਸ ਤਰ੍ਹਾਂ ਦੇ ਬਹੁਤ ਵੱਡੇ ਯਤਨ ਨਹੀਂ ਹੋਏ ਜੋ ਧਰਾਤਲ ਤੇ ਦਿਖਾਈ ਦੇਣ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜ਼ਮੀਨ ਦੁਬਾਰਾ ਸਿਆਸੀ ਜ਼ਮੀਨ ਤਿਆਰ ਕਰ ਲਈ। ਮਤਲਬ ਮੇਰਾ ਇਹ ਅੰਕਲਨ ਹੈ ਕਿ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੇਟ ਨਹੀਂ ਮਿਲਿਆ, ਸਗੋਂ ਉਲਟਾ ਉਹਦੇ ਵਿੱਚੋਂ ਢੀਂਡਸਾ ਸਾਹਿਬ ਬ੍ਰਹਮਪੁਰਾ ਦਾ ਇੱਕ ਗਰੁੱਪ ਟੁੱਟ ਕੇ ਵੱਖਰਾ ਹੋ ਗਿਆ। ਉਸ ਤੋਂ ਅਗਲੀ ਗੱਲ ਆਪਾਂ ਦੇਖੀਏ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਵਿੱਚ ਜੋ ਲੱਗ ਰਿਹਾ ਹੈ ਕਿ ਸ਼ਾਇਦ ਉਹਦੇ ਵੋਟਰਾਂ ਦੇ ਵਿੱਚ ਪਿਛਲੀ ਵਾਰ ਜਿੰਨਾ ਉਤਸ਼ਾਹ ਨਹੀਂ ਹੈ, ਪਰੰਤੂ ਉਸ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨੂੰ ਮਾਰ ਪਈ ਕਿ ਉਸ ਦੇ 20 ਦੇ ਲਗਭਗ ਵਿਧਾਇਕਾਂ ਦੇ ਵਿੱਚੋਂ ਉਹਨਾਂ ਦੀ ਗਿਣਤੀ 10 ਰਹੇਗੀ। ਟੈਕਨੀਕਲੀ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਅਖਵਾਉਣ ਦੇ ਵੀ ਯੋਗ ਨਹੀਂ ਰਹੇ, ਲੇਕਿਨ ਇਹ ਮਾਨਯੋਗ ਸਪੀਕਰ ਸਾਹਿਬ ਦਾ ਫੈਸਲਾ ਹੋਊਗਾ ਕਿ ਉਹ 'ਤੇ ਕੀ ਫੈਸਲਾ ਹੁੰਦਾ ਕੀ ਨਹੀਂ। ਜੀ, ਲਾਸਟ ਇਜਲਾਸ ਹੋ ਚੁੱਕਿਆ, ਸਪੀਕਰ ਦੀ ਕੋਈ ਬਾਹਲੀ ਉਸ ਕਿਸਮ ਦੀ ਇਹ ਮੰਗ ਦੀ ਮਹੱਤਤਾ ਨਹੀਂ ਰਹੀ ਕਿ ਉਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਰੱਖਿਆ ਜਾਵੇ ਜਾਂ ਹਟਾਇਆ ਜਾਵੇ। ਜੇਕਰ ਸਮਾਂ ਹੁੰਦਾ ਤਾਂ ਦੂਜੀਆਂ ਪਾਰਟੀਆਂ ਨੇ ਇਹ ਮੰਗ ਵੀ ਕਰਨੀ ਸੀ ਕਿ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ। ਤੀਸਰੀ ਪੋਜੀਸ਼ਨ ਰਹੀ ਕਾਂਗਰਸ ਦੀ। ਕਾਂਗਰਸ ਦੀ ਪੋਜੀਸ਼ਨ ਕੁਦਰਤੀ ਹੁੰਦਾ, ਜਿਹੜੀ ਸਰਕਾਰ ਹੁੰਦੀ ਹੈ ਉਹਦੇ ਖਿਲਾਫ ਐਂਟੀ ਇਨਕੰਬੈਂਸੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸ਼ਾਸਨ ਦੇ ਖਿਲਾਫ ਜਿਹੜੇ ਲੋਕ ਹੋ ਜਾਂਦੇ ਨੇ ਕਿਉਂਕਿ ਸਾਰੇ ਲੋਕ ਆਸ ਰੱਖਦੇ ਨੇ ਕਿ ਜਿਹੜੀ ਸਰਕਾਰ ਹੈ ਉਹ ਕੋਈ ਸੁਧਾਰ ਕਰੇ। ਆਸਾਂ ਉਹ ਤੋਂ ਜ਼ਿਆਦਾ ਹੁੰਦੀਆਂ ਨੇ ਜੀ, ਵਿਰੋਧੀ ਪਾਰਟੀਆਂ ਤੋਂ ਕੋਈ ਉਸ ਕਿਸਮ ਦੀਆਂ ਆਸਾਂ ਨਹੀਂ ਹੁੰਦੀਆਂ। ਸਿਰਫ ਤੇ ਸਿਰਫ ਵਿਰੋਧੀ ਪਾਰਟੀ ਤੋਂ ਆਸ ਹੁੰਦੀ ਹੈ ਕਿ ਉਹ ਕਿਸੇ ਮੁੱਦੇ ਤੇ ਸਰਕਾਰ ਨੂੰ ਜ਼ੋਰ ਨਾਲ ਫਸਾਵੇ। ਇਹ ਸਮੇਂ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਪੂਰੇ 5 ਸਾਲਾਂ 'ਚ ਕਾਂਗਰਸ ਤੇ ਕੋਈ ਵੱਡੇ ਹਮਲੇ ਨਹੀਂ ਕਰ ਪਾਈ, ਨਾ ਅਕਾਲੀ ਦਲ ਨਾ ਆਮ ਆਦਮੀ ਪਾਰਟੀ, ਕਿਉਂਕਿ ਸਟਾਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਰਵਾ ਵੱਡੇ ਨੇਤਾ ਕੇਜਰੀਵਾਲ ਜੀ ਨੇ ਇੱਕ ਕਦਮ ਪੁੱਟਿਆ, ਜਿਹੜਾ ਮੈਂ ਉਹਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਗਲਤ ਸੀ ਜਾਂ ਠੀਕ ਸੀ, ਉਹਨਾਂ ਨੇ ਦੇਖ ਕੇ ਪੁੱਟਿਆ। ਜਿਸ ਕਿਸਮ ਨਾਲ ਉਹਨਾਂ ਨੇ ਮਜੀਠੀਆ ਦੀ ਆਲੋਚਨਾ ਕੀਤੀ ਤੇ ਮਜੀਠੀਆ ਤੋਂ ਮਾਫੀ ਮੰਗ ਲਈ,
ਉਸ ਗੱਲ ਨਾਲ ਲੋਕਾਂ ਦੇ ਵਿੱਚ ਉਹਨਾਂ ਦਾ ਇਮੇਜ ਕੋਈ ਬਹੁਤ ਅੱਛਾ ਨਹੀਂ ਗਿਆ। ਇਹਦਾ ਮਤਲਬ ਇਹ ਹੋਇਆ ਨਾ ਕਿ ਜੇ ਉਹਨਾਂ ਨੇ ਮਾਫੀ ਮੰਗ ਲਈ ਇਹਦਾ ਮਤਲਬ ਉਹਨਾਂ ਨੇ ਝੂਠ ਬੋਲਿਆ ਸੀ। ਸੋ ਇਸ ਗੱਲ ਤੋਂ ਚਾਹੇ ਉਹਨਾਂ ਨੇ ਬੋਲਿਆ ਸੀ ਜਾਂ ਨਹੀਂ, ਪਰੰਤੂ ਉਹਦਾ ਜਿਹੜਾ ਪ੍ਰਭਾਵ ਹੈ ਉਹ ਇਹ ਗਿਆ ਕਿ ਲੋਕਾਂ ਨੇ ਮੰਨ ਲਿਆ ਕਿ ਕੇਜਰੀਵਾਲ ਸਾਹਿਬ ਨੇ ਝੂਠ ਬੋਲਿਆ ਸੀ ਜੀ। ਜਦੋਂ ਕੋਈ ਵਿਅਕਤੀ ਇੱਦਾਂ ਦਾ ਪ੍ਰਭਾਵ ਦਿੰਦਾ ਹੈ ਤਾਂ ਉਸ ਦੀ ਕਿਸੇ ਗੱਲ ਨੂੰ ਸੱਚੀ ਮੰਨਣਾ ਵੀ ਲੋਕਾਂ ਲਈ ਇੱਕ ਚੁਣੌਤੀ ਹੋ ਜਾਂਦਾ ਹੈ ਕਿ ਹੁਣ ਇਹਦਾ ਸੱਚ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ। ਜਿੱਥੋਂ ਤੱਕ ਕਾਂਗਰਸ ਦੀ ਗੱਲ ਸੀ, ਉਹਦੇ ਖਿਲਾਫ ਐਂਟੀ ਇਨਕੰਬੈਂਸੀ ਨੇ ਹੋਣਾ ਸੀ, ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਸਾਰਾ ਦੋਸ਼ 4.5 ਸਾਲਾਂ ਦਾ ਆਪਣੇ ਸਾਬਕਾ ਮੁੱਖ ਮੰਤਰੀ ਦੇ ਸਿਰ ਮੜ ਕੇ ਕਿ ਉਹਨੇ ਇਹ ਸਾਰਾ ਕੁਝ ਜਾਂ ਉਹਦੇ ਸਮੇਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਚੰਗੇ ਕਦਮ ਨਹੀਂ ਲੈ ਸਕਿਆ। ਇੱਕਦਮ ਮੁੱਖ ਮੰਤਰੀ ਬਦਲ ਕੇ, ਪਹਿਲਾਂ ਤਾਂ ਉਹ ਮੁੱਖ ਮੰਤਰੀ ਬਦਲਣ ਦੇ ਨਾਲ ਉਹ ਇੱਕ ਵਿਸ਼ੇਸ਼ ਵਰਗ ਤੋਂ ਮੁੱਖ ਮੰਤਰੀ ਚੁਣਿਆ ਗਿਆ ਔਰ ਉਹ ਵਿਸ਼ੇਸ਼ ਵਰਗ ਦੇ ਵਿੱਚ ਸਪੈਸ਼ਲ ਉਤਸ਼ਾਹ ਪੈਦਾ ਕੀਤਾ ਗਿਆ ਕਿ ਦੇਖੋ ਹੋਰ ਕਿਤੇ ਵੀ ਐਡਾ ਵੱਡਾ ਫੈਸਲਾ ਨਹੀਂ ਲਿਆ ਜਾ ਸਕਿਆ ਜਿੱਥੇ ਦਲਿਤ ਵਰਗ ਦੇ ਵਿੱਚੋਂ ਮੁੱਖ ਮੰਤਰੀ ਚੁਣਿਆ ਜਾਵੇ। ਔਰ ਉਹਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਲਿਤ ਵਰਗ ਦੇ ਵੋਟਰ ਨੇ ਔਰ ਪੰਜਾਬ ਵਿੱਚ ਹੈ ਵੀ ਉਹ 33% ਨੇ, ਉਹਨਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਆਇਆ। ਕਾਂਗਰਸ ਦੀ ਆਪਸੀ ਫੁੱਟ ਦਾ ਪ੍ਰਭਾਵ ਜਿਹੜਾ ਲੱਗ ਰਿਹਾ ਸੀ ਕਿ ਕਾਂਗਰਸ ਨੂੰ ਵੱਡਾ ਨੁਕਸਾਨਦੇਹ ਹੋਏਗਾ, ਪਰੰਤੂ ਉਹਨਾਂ ਨੇ ਇਸ ਤਰ੍ਹਾਂ ਹੈਂਡਲ ਕੀਤਾ, ਕਾਂਗਰਸ ਵਾਲਿਆਂ ਨੇ ਉਹਨਾਂ ਦੇ ਵਿਰੋਧੀਆਂ ਨੂੰ ਇਹ ਕਹਿਣ ਦੀ ਬਜਾਏ ਕਿ ਕਾਂਗਰਸ ਫਟ ਗਈ, ਕਾਂਗਰਸ ਟੁੱਟ ਗਈ, ਕਾਂਗਰਸ ਦਫਾੜ ਹੋ ਗਈ, ਇਹ ਕਹਿਣ ਦੀ ਬਜਾਏ ਉਹਨਾਂ ਨੂੰ ਇੱਕੋ ਹੀ ਦੋਸ਼ ਲਾਉਣਾ ਪਿਆ ਕਾਂਗਰਸ ਤੇ ਕਿ ਇਹ ਇਹਨਾਂ ਦੀ ਸਕ੍ਰਿਪਟ ਹੈ, ਇਹ ਇਹਨਾਂ ਦਾ ਜਾਣ ਬੁੱਝ ਕੇ ਤਿਆਰ ਕੀਤਾ ਮਾਡਲ ਹੈ, ਜਾਣ ਕੇ ਆਲੋਚਨਾ ਕਰਦੇ ਨੇ ਤੇ ਆਪ ਹੀ ਉੱਦਾਂ ਕਰਦੇ ਨੇ। ਉਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਉਹ ਫੁੱਟ ਦਾ ਪ੍ਰਭਾਵ ਪੈਣਾ ਸੀ ਉਹ ਮਾੜਾ ਪ੍ਰਭਾਵ ਉਹ ਨਹੀਂ ਪਿਆ ਕਾਂਗਰਸ ਤੇ। ਔਰ ਜਦੋਂ ਸਾਬਕਾ ਮੁੱਖ ਮੰਤਰੀ ਨੇ ਇਹ ਕਿਹਾ ਕਿ ਮੈਨੂੰ ਬੇਇੱਜ਼ਤ ਕੀਤਾ ਗਿਆ, ਮੈਂ ਅਸਤੀਫਾ ਦੇ ਕੇ ਕਾਂਗਰਸ ਤੋਂ ਬਾਹਰ ਜਾਊਂਗਾ ਔਰ ਮੈਂ ਇੱਕ ਨਵੀਂ ਪਾਰਟੀ ਬਣਾਊਂਗਾ, ਚੋਣਾਂ ਲੜੂੰਗਾ, ਮੈਂ ਸਿੱਧੂ ਨੂੰ ਜਿੱਤਣ ਨਹੀਂ ਦੇਊਂਗਾ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ, ਉਹ ਸਾਰੇ ਕਾਸੇ ਦੇ ਵਿੱਚ ਹਾਲੇ ਤੱਕ ਸਰਦਾਰ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਕੋਈ ਆਪਣੀ ਐਗਜ਼ਿਸਟਿੰਗ ਸਿਚੁਏਸ਼ਨ ਦੇ ਵਿੱਚ ਵੱਡੀ ਸਮਰੱਥਾ ਨਹੀਂ ਦਿਖਾ ਸਕੇ। ਨਾ ਹੀ ਤਾਂ ਸੰਗਠਨ ਦੇ ਵਿੱਚੋਂ ਕੋਈ ਬਹੁਤ ਵੱਡੇ ਨੇਤਾ ਉਹਨਾਂ ਦੇ ਨਾਲ ਗਏ ਤੇ ਨਾ ਹੀ ਐਮਐਲਏਜ਼ ਉਹਨਾਂ ਦੇ ਨਾਲ ਗਏ। ਨੋ ਡਾਊਟ ਜਿਹੜਾ ਉਹਨਾਂ ਦੇ ਦੋਸ਼ ਲੱਗਦਾ ਸੀ ਕਿ ਇਹ ਬੀਜੇਪੀ ਨਾਲ ਤੇ ਅਕਾਲੀ ਦਲ ਨਾਲ ਰਲੇ ਹੋਏ ਨੇ, ਬਲਕਿ ਉਹਨੂੰ ਹੋਰ ਪੁਖਤਾ ਕੀਤਾ। ਉਹਨਾਂ ਦੇ ਜੋ ਜਿਸ ਕਿਸਮ ਨਾਲ ਉਹਨਾਂ ਨੇ ਐਕਸ਼ਨ ਲਏ, ਕਾਰਜਵਿਧੀ ਆਪਣੀ ਸ਼ੁਰੂ ਕੀਤੀ, ਉਹਦੇ ਨਾਲ ਬਲਕਿ ਉਹ ਦੋਸ਼ ਇੱਕ ਤਰ੍ਹਾਂ ਪਰਪੱਕ ਹੋਏ ਕਿ ਹਾਂ ਵਾਕਈ ਇਹ ਉਹਨਾਂ ਪਾਰਟੀਆਂ ਨਾਲ ਰਲ ਕੇ ਇੱਕ ਸਕ੍ਰਿਪਟ ਚਲਾ ਰਹੇ ਸੀ, ਉਹਦੇ ਮੁਤਾਬਕ ਇਹ ਚੱਲ ਰਹੇ ਸੀ। ਸੋ ਹੁਣ ਇਹ ਕਿਹਾ ਜਾਵੇ ਬੀਜੇਪੀ ਦੀ ਗੱਲ ਰਹੀ, ਬੀਜੇਪੀ ਦਾ ਬਹੁਤ ਆਧਾਰ ਨਾ ਤਾਂ ਪੰਜਾਬ 'ਚ ਪਹਿਲਾਂ ਸੀ ਤੇ ਨਾ ਪੰਜਾਬ 'ਚ ਅੰਦੋਲਨ ਕਰਕੇ ਜਿਹੜਾ ਮਾੜਾ ਮੋਟਾ ਸੀ ਉਹ ਉਸ ਤੋਂ ਵੀ ਉਹਦਾ ਗ੍ਰਾਫ ਨੀਚੇ ਆਇਆ। ਮੈਂ ਸਮਝਦਾ ਕਿ ਬੀਜੇਪੀ ਨੂੰ ਇੱਕ ਭਰਮ ਭੁਲੇਖਾ ਸੀ ਕਿ ਹਰਿਆਣੇ ਦੀ ਤਰ੍ਹਾਂ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਮਾਰਕਾ ਮਾਰ ਕੇ ਨਾਲ ਲੈਣ 'ਚ ਕਾਮਯਾਬ ਹੋਵਾਂਗੇ। ਤੇ ਉਹਦੇ ਵਿੱਚ ਜਿਹੜੀ ਸਭ ਤੋਂ ਇੱਕ ਹੋਰ ਵੱਡੀ ਘਟਨਾ ਹੋਈ ਇਸ ਪੀਰੀਅਡ ਦੇ ਵਿੱਚ, ਜਿਹੜੀ ਦਾ ਸਿਆਸੀ ਪ੍ਰਭਾਵ ਹੈ, ਉਹ ਹੈ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਟੁੱਟਣਾ। ਬਿਲਕੁਲ, ਹਾਲਾਂਕਿ ਲੱਗ ਪਹਿਲਾਂ ਹੀ ਰਿਹਾ ਸੀ ਬੀਜੇਪੀ ਦੀ ਜਿਵੇਂ ਰਣਨੀਤੀ ਹੋਵੇ, ਬੀਜੇਪੀ ਨੇ ਪਹਿਲਾਂ ਤੋਂ ਹੀ ਲਗਭਗ 2.5 ਸਾਲਾਂ ਤੋਂ ਬਾਅਦ ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਦੇ ਲੀਡਰਾਂ ਨੇ ਕਿ ਇਸ ਵਾਰ ਅਸੀਂ 22 ਦੀ ਬਜਾਏ 50-50 ਸੀਟਾਂ ਦੇ ਲੜਾਂਗੇ ਜਾਂ ਘੱਟੋ ਘੱਟ 50 ਸੀਟਾਂ ਦੇ ਲੜਾਂਗੇ। ਇਸ ਲਈ ਉਹਨਾਂ ਨੇ ਇਹ ਜਿਹੜਾ ਮੰਚ ਸੀ ਪਹਿਲਾਂ ਹੀ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਾਰ ਸਾਡੇ ਵਰਕਰਾਂ 'ਚ ਵੱਡਾ ਉਤਸ਼ਾਹ ਰਹੇ, ਤਾਂ ਕਿ ਉਸ ਉਤਸ਼ਾਹ ਨਾਲ ਜਦੋਂ 22 ਦੀ ਬਜਾਏ 50 ਸੀਟਾਂ ਦੇ ਜਾਣਗੇ ਤਾਂ ਉਹ ਸੀਟਾਂ ਤੇ ਹੋਰ ਸਰਗਰਮੀ ਵਧੇ, ਜਿਹੜੇ ਟਿਕਟ ਦੇ ਇੱਛੁਕ ਲੋਕ ਹੋਣਗੇ ਉਹ ਜ਼ੋਰ ਲਾ ਕੇ ਸੰਗਠਨ ਨੂੰ ਮਜ਼ਬੂਤ ਕਰਨ। ਪਰੰਤੂ ਕਿਸਾਨੀ ਅੰਦੋਲਨ ਕਰਕੇ ਉਹ ਸਾਰਾ ਕੁਝ ਦਿਖਾਈ ਨਹੀਂ ਦਿੱਤਾ ਔਰ ਉਸ ਦਾ ਪ੍ਰਭਾਵ ਇੰਨਾ ਗਿਆ ਕਿ ਕਿਸਾਨਾਂ ਨੇ ਇੰਨੀ ਘੇਰਾਬੰਦੀ ਕੀਤੀ ਬੀਜੇਪੀ ਦੀ, ਉਹ ਹੁਣ ਸਮਝੌਤੇ ਤੋਂ ਬਾਅਦ ਬੜੇ ਅਜੀਬੋ ਗਰੀਬ ਚੁਟਕਲੇ ਆਉਣੇ ਸ਼ੁਰੂ ਹੋ ਗਏ। ਕਈ ਥਾਵਾਂ ਤੇ ਤਾਂ ਉਹ ਚੁਟਕਲੇ ਇਸ ਤਰ੍ਹਾਂ ਦੇ ਆਏ
ਕਿ ਪਿਛਲੇ ਸਮੇਂ ਇੱਕ ਐਮਐਲਏ ਦੀ ਕੱਪੜੇ ਲਾ ਦਿੱਤੇ ਗਏ, ਉਹਨੂੰ ਬੀਜੇਪੀ ਨੇ ਕਿਹਾ, ਦੋਸ਼ ਲਾਇਆ ਕਿ ਉਹਨੂੰ ਅਲਫ ਨੰਗਾ ਕਰ ਦਿੱਤਾ ਗਿਆ। ਉਹ ਚੁਟਕਲਿਆਂ 'ਚ ਇਹ ਆ ਰਿਹਾ ਹੈ ਕਿ ਜੇ ਸਮਝੌਤਾ ਕਿਸਾਨਾਂ ਦੇ ਅੰਦੋਲਨ ਵਾਲੇ ਸਾਰੀਆਂ ਗੱਲਾਂ ਮੰਨ ਨਹੀਂ ਲੈਣੀਆਂ ਸੀ ਤਾਂ ਮੈਨੂੰ ਨੰਗਾ ਕਿਉਂ ਕਰਵਾਉਣਾ ਸੀ। ਸੋ ਇਸ ਕਿਸਮ ਨਾਲ ਜਿਹੜੇ ਇਹ ਚੁਟਕਲੇ ਨੇ ਜਾਂ ਇਹ ਕੋਈ ਵੀ ਵਿਅੰਗ ਨੇ, ਭਾਵੇਂ ਇਹ ਇਸ ਤਰ੍ਹਾਂ ਨਹੀਂ ਕਿ ਆਪਾਂ ਇਹਨੂੰ ਖਿੱਲੀ ਉਡਾਈਏ ਕਿਸੇ ਦੀ, ਪਰੰਤੂ ਇਹ ਜ਼ਰੂਰ ਹੈ ਕਿ ਪਬਲਿਕ ਦੇ ਵਿੱਚ ਬੀਜੇਪੀ ਦੇ ਖਿਲਾਫ ਇੱਕ ਉਤਸ਼ਾਹ ਹੈ। ਮੈਂ ਇਹਨੂੰ ਏਦਾਂ ਕਹੂੰਗਾ ਕਿ ਖਿਲਾਫ ਉਤਸ਼ਾਹ ਹੈ। ਉਹ ਉਤਸ਼ਾਹ ਕਿਹੜੇ ਪਾਸੇ ਜਾਏਗਾ, ਹੁਣ ਮੇਨ ਵਿਸ਼ਾ ਹੈ ਇਹ ਗੱਲ ਦਾ, ਤਾਂ ਹੀ ਆਪਾਂ ਨੂੰ ਸਮਝ ਆਏਗੀ ਕਿ ਉਹ ਜਿਹੜਾ ਪ੍ਰਭਾਵ ਹੈ ਅੰਦੋਲਨ ਦਾ ਉਹ ਕਿਸ ਪਾਸੇ ਜਾਏਗਾ। ਅੰਦੋਲਨਕਾਰੀ ਜਿਹੜੇ ਕਿਸਾਨ ਜਥੇਬੰਦੀਆਂ ਸੀ, ਉਹਨਾਂ ਨੂੰ ਮਜਬੂਰੀ ਵਸ ਇੱਕ ਫੈਸਲਾ ਲੈਣਾ ਪਿਆ ਕਿ ਸਾਡੇ ਅੰਦੋਲਨ ਨੂੰ ਖਰਾਬ ਨਾ ਕੋਈ ਕਰੇ ਜੀ। ਇਸ ਦੇ ਵਿੱਚ ਅਕਾਲੀ ਦਲ ਨੇ, ਪਹਿਲਾਂ ਤਾਂ ਅਕਾਲੀ ਦਲ ਆਪਣੇ ਅਸਤੀਫੇ ਵੇਲੇ ਪਛੜ ਗਿਆ ਜੀ। ਉਹ ਸਮਝ ਨਹੀਂ ਲੱਗੀ ਉਹਨਾਂ ਨੂੰ ਕਿ ਅਸੀਂ ਕਿਸਾਨਾਂ ਨਾਲ ਖੜੀਏ ਜਾਂ ਕਿਹਦੇ ਨਾਲ ਖੜੀਏ। ਪਰੰਤੂ ਫਿਰ ਉਹ ਬੀਬੀ ਨੇ ਆਪਣੇ ਸਿਮਰਤ ਕੌਰ ਬਾਦਲ ਨੇ, ਉਹਨਾਂ ਨੇ ਅਸਤੀਫਾ ਦਿੱਤਾ, ਆਪਣੀ ਉੱਥੋਂ ਮਿਨਿਸਟਰੀ ਛੱਡੀ। ਫਿਰ ਉਹਨਾਂ ਨੂੰ ਬਹੁਤ ਜ਼ੋਰ ਲਾਉਣ ਦੇ ਬਾਵਜੂਦ ਲੇਕਿਨ ਕਿਸਾਨਾਂ ਨੇ ਉਹਨਾਂ ਦੀ ਇਹ ਗੱਲ ਬਹੁਤ ਜ਼ਿਆਦਾ ਮੰਨੀ ਨਹੀਂ, ਆਮ ਪਬਲਿਕ ਨੇ। ਨੋ ਡਾਊਟ ਉਹਨਾਂ ਦਾ ਕਾਡਰ ਹੈਗਾ, ਉਹਨਾਂ ਦਾ ਇੱਕ ਵਿਸ਼ੇਸ਼ ਕਾਡਰ ਹੈਗਾ, ਪਰੰਤੂ ਉਹ ਵੋਟ ਜਿੱਤਣ ਜੋਗਾ ਮੈਨੂੰ ਨਹੀਂ ਲੱਗਦਾ। ਫਿਰ ਉਹਨਾਂ ਨੇ ਦਿੱਲੀ ਵੀ ਇੱਕ ਅੰਦੋਲਨ ਕੀਤਾ, ਪੰਜਾਬ ਵਿੱਚ ਵੀ ਰੈਲੀਆਂ ਕੀਤੀਆਂ। ਜਿਉਂ ਹੀ ਉਹ ਰੈਲੀਆਂ ਕੀਤੀਆਂ, ਉਹ ਰੈਲੀਆਂ ਦੇ ਵਿੱਚ ਸਾਰਾ ਕੁਝ ਇਹ ਪ੍ਰਭਾਵ ਆਇਆ ਕਿ ਕਿਸਾਨ ਉੱਠ ਕੇ ਉਹਨਾਂ ਦੇ ਖਿਲਾਫ ਖੜੇ ਹੋ ਗਏ। ਜਿਵੇਂ ਯੂਪੀ ਤੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਤਕੜੀ ਘੇਰਾਬੰਦੀ ਕੀਤੀ ਗਈ ਜੀ, ਪੰਜਾਬ 'ਚ ਬੀਜੇਪੀ ਉਨੀ ਸਮਰੱਥ ਨਹੀਂ ਸੀ, ਘੇਰਾਬੰਦੀ ਇੱਥੇ ਵੀ ਕੀਤੀ ਗਈ ਲੇਕਿਨ ਉਹਨਾਂ ਵੱਲੋਂ ਉਨੀ ਵੱਡੀ ਪੱਧਰ ਤੇ ਪ੍ਰੋਗਰਾਮ ਨਹੀਂ ਕੀਤੇ ਗਏ। ਪਰੰਤੂ ਅਕਾਲੀ ਦਲ ਨੇ ਜਿਉਂ ਹੀ ਉਹ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਜੀ, ਉਸ ਦੇ ਵਿੱਚ ਉਹ ਫੇਲ ਹੋਏ ਤੇ ਕਿਸਾਨਾਂ ਨੇ ਬਹੁਤ ਹੀ ਜ਼ੋਰ ਨਾਲ ਉਹਨਾਂ ਦਾ ਵਿਰੋਧ ਕੀਤਾ ਤੇ ਅਲਟੀਮੇਟਲੀ ਉਹ ਪ੍ਰੋਗਰਾਮ ਉਹਨਾਂ ਨੂੰ ਬੰਦ ਕਰਨੇ ਪਏ। ਸੋ ਇਸ ਵਿੱਚੋਂ ਕੁੱਲ ਮਿਲਾ ਕੇ ਹੁਣ ਜੇ ਆਪਾਂ ਇਹ ਲਈਏ, ਕਾਂਗਰਸ ਥੋੜੀ ਠਰਮੇ ਨਾਲ ਚੱਲੀ, ਕਿਉਂਕਿ ਕਾਂਗਰਸ ਦੇ ਬੀਜੇਪੀ ਵਿਰੋਧੀ ਪਾਰਟੀ ਸੀ, ਉਹ ਕਿਸਾਨਾਂ ਨਾਲ ਸੀ ਜਾਂ ਨਹੀਂ ਨਾਲ ਸੀ ਇਹ ਇੱਕ ਬਾਤ ਦਾ ਵਿਸ਼ਾ ਹੈ। ਪਰੰਤੂ ਇਹ ਗੱਲ ਦੇ ਵਿੱਚ ਉਹ ਬੀਜੇਪੀ ਦੇ ਤਕੜੇ ਵਿਰੋਧੀ ਰਹੇ, ਜਿਸ ਵਿੱਚੋਂ ਉਹਨਾਂ ਨੇ ਕਾਂਗਰਸ ਦੇ ਸਮਰੱਥ ਵਿੱਚ ਕਾਂਗਰਸ ਦੇ ਸਮਰਥਕ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂ ਇਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ। ਉਹ 'ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੰਨੇ ਦਾ ਭਾਅ ਵਧਾ ਕੇ ਕਾਂਗਰਸ ਦੀ ਬੱਲੇ ਬੱਲੇ ਕਰਵਾਈ। ਸੋ ਕੁੱਲ ਮਿਲਾ ਕੇ ਇਹਦੇ ਵਿੱਚ ਇਹ ਹੈ ਕਿ ਇੱਕ ਜਿਹੜੀ ਪਰਸੈਪਸ਼ਨ ਬਣੀ ਉਹ ਇਹਨਾਂ ਸਾਰੀਆਂ ਪਾਰਟੀਆਂ ਦੀ ਦੇਖਦੇ ਹੋਏ ਥੋੜ੍ਹੀ ਬਹੁਤੀ ਕਾਂਗਰਸ ਦੇ ਵੱਲ ਫਾਇਦੇਮੰਦ ਰਹੀ। ਧਾਲੀਵਾਲ ਸਾਹਿਬ, ਇੱਕ ਗੱਲ ਸਮਝਾਓ ਮੈਨੂੰ ਵੀ ਤੇ ਦਰਸ਼ਕਾਂ ਨੂੰ ਵੀ ਜੀ। ਅੰਦੋਲਨ ਵਾਪਸ ਹੋਣ ਕੰਡੇ ਆ, ਵਾਪਸ ਹੋ ਜਾਊਗਾ, ਲੋਕ ਸਭਾ ਦੇ ਵਿੱਚ ਕਾਨੂੰਨ ਰੱਦ ਹੋ ਜਾਣਗੇ, ਇਹਦੇ 'ਚ ਕੋਈ ਦੋ ਰਾਮਾ ਨਹੀਂ ਜੀ। ਉਸ ਤੋਂ ਬਾਅਦ ਭਾਵੇਂ ਕਿਸਾਨ ਆਗੂਆਂ ਨੇ ਬਿਆਨ ਤਾਂ ਬਹੁਤ ਦਿੱਤੇ, ਪਰ ਜੋ ਲੋਕਾਂ ਦਾ ਰੋਹ ਹੈ, ਜੋ ਲੋਕਾਂ ਦਾ ਗੁੱਸਾ ਬੀਜੇਪੀ ਦੇ ਖਿਲਾਫ, ਤੁਸੀਂ ਵੀ ਗੁੱਸੇ ਦਾ ਜ਼ਿਕਰ ਕੀਤਾ, ਉਹ ਕੀ ਲੋਕ ਇੰਨੀ ਛੇਤੀ ਭੁੱਲ ਜਾਣਗੇ? ਜੇਕਰ ਪੰਜਾਬ ਦੇ ਵਿੱਚ ਕੋਈ ਲੀਡਰਾਂ ਦਾ ਅਲਾਈਅੰਸ ਹੁੰਦਾ ਵੀ ਹੈ ਬੀਜੇਪੀ ਦੇ ਨਾਲ, ਹੋਊਗਾ ਵੀ ਕਈ ਪਾਰਟੀਆਂ ਦਾ ਅਲਾਈਅੰਸ, ਉਸ ਤੋਂ ਬਾਅਦ ਫਿਰ ਲੋਕਾਂ ਦੇ ਨਾਲ ਉਹਨਾਂ ਦਾ ਵਿਹਾਰ ਕਿੱਦਾਂ ਰਹੂਗਾ ਤੇ ਲੋਕਾਂ ਦਾ ਵਿਹਾਰ ਉਹਨਾਂ ਦੇ ਨਾਲ ਕਿੱਦਾਂ ਰਹੂਗਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦੇ ਖਿਲਾਫ ਜੋ ਗੁੱਸਾ ਸੀ ਲੋਕ ਇੰਨੀ ਛੇਤੀ ਭੁੱਲ ਜਾਣਗੇ। ਦੇਖੋ, ਇਹਦੇ ਵਿੱਚ ਇਹ ਹੈ ਕਿ ਬੀਜੇਪੀ ਨੇ ਜਿਸ ਕਿਸਮ ਨਾਲ ਇਹ ਕਾਨੂੰਨ ਵਾਪਸ ਲਏ, ਉਸ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਜੋ ਕੁਝ ਪਾਉਣਾ ਚਾਹੁੰਦੀ ਸੀ ਜੀ, ਇੱਕਦਮ ਉਸ ਤੋਂ ਤਾਂ ਹੋਈ ਆ ਫੇਲ। ਲੰਬੇ ਸਮੇਂ ਦੇ ਵਿੱਚ ਉਹ ਕੁਝ ਹੋਰ ਮੈਸੇਜ ਜਿਹੜੀ ਦੇਣਾ ਚਾਹੁੰਦੀ ਹੈ, ਪੇਪਰਾਂ ਦੇ ਵਿੱਚ ਇਹ ਵੀ ਆਏ ਨੇ ਕਿ ਇਹਦੇ ਵਿੱਚ ਬੀਜੇਪੀ ਇੱਕ ਮੈਸੇਜ ਇਹ ਦੇਣਾ ਚਾਹੁੰਦੀ ਸੀ ਕਿ ਸਾਰਾ ਕੁਝ ਪੰਜਾਬ ਦੇ ਲੋਕਾਂ ਨੇ ਅੰਦੋਲਨ ਕੀਤਾ, ਬਾਕੀ ਲੋਕਾਂ ਦਾ ਕੋਈ ਬਾਹਲਾ ਇਹਦੇ ਵਿੱਚ ਪ੍ਰਭਾਵ ਨਹੀਂ ਸੀ, ਖੱਬੇ ਪੱਖੀਆਂ ਦਾ ਕੋਈ ਬਾਹਲਾ ਪ੍ਰਭਾਵ ਨਹੀਂ ਸੀ। ਪਰੰਤੂ ਇਹ ਬੀਜੇਪੀ ਦਾ ਭਰਮ ਹੈ, ਇਸ ਅੰਦੋਲਨ ਦੇ ਵਿੱਚ ਪੂਰਾ ਹਿੰਦੁਸਤਾਨ ਖੜਾ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਨੇ ਲੀਡ ਲਈ, ਪਹਿਲਾਂ ਵੀ ਐਮਰਜੈਂਸੀ ਵੇਲੇ ਵੀ ਪੰਜਾਬ ਨੇ ਲੀਡ ਲਈ ਸੀ, ਉਦੋਂ ਵੀ ਮੁਲਕ ਦੇ ਬਹੁਤ ਸਾਰੇ ਲੋਕਾਂ ਨੇ ਉਹ 'ਚ ਸ਼ਾਮਲ ਹੋਏ ਉਹ। ਪਰੰਤੂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਮੈਨੂੰ ਬਿਲਕੁਲ ਠੀਕ ਲੱਗ ਰਹੀ ਹੈ, ਜੋ ਸੰਕੇਤ ਦੇ ਰਹੇ ਹੋ, ਮੈਨੂੰ ਵਿਸ਼ਲੇਸ਼ਣ ਤੋਂ ਹੀ ਲੱਗ ਰਿਹਾ ਹੈ ਕਿ ਬੀਜੇਪੀ ਨੇ ਜਿਸ ਕਿਸਮ ਨਾਲ ਇਹ ਅੰਦੋਲਨ ਇੱਕਦਮ ਬੈਕ ਲਿਆ ਜੀ, ਇਲੈਕਸ਼ਨਾਂ ਤੋਂ ਡਰ ਕੇ, ਇੱਕ ਤਾਂ ਉਹਦੇ ਨਾਲ ਇਹ ਸਾਬਤ ਹੋ ਗਿਆ ਕਿ ਬੀਜੇਪੀ ਕਿਸਾਨਾਂ ਤੋਂ ਤੇ ਆਪਦੀ ਹਾਰ ਤੋਂ ਡਰ ਗਈ ਜੀ। ਉਹ ਡਰ ਨੂੰ ਠੀਕ ਤਰੀਕੇ ਨਾਲ ਪ੍ਰੋਜੈਕਟ ਕਰਨ ਦੇ ਵਿੱਚ, ਠੀਕ ਤਰੀਕੇ ਤੋਂ ਭਾਵ ਮੇਰਾ ਆਪਣੀ
ਪਾਰਟੀ ਦੇ ਹੱਕ ਵਿੱਚ ਜੀ ਪ੍ਰੋਜੈਕਟ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ, ਕਿਉਂਕਿ ਚੰਗਾ ਹੁੰਦਾ ਜੇ ਬੀਜੇਪੀ ਦੇ ਪੱਖ ਵਿੱਚ ਇਹ ਹਾਲਾਤ ਉਹਨਾਂ ਨੇ ਲੈ ਕੇ ਜਾਣੇ ਸੀ। ਮੈਂ ਨਹੀਂ ਇਹ ਕਹਿੰਦਾ ਕਿ ਚੰਗਾ ਕੀ ਹੈ ਕੀ ਮਾੜਾ ਹੈ, ਮੈਂ ਉਹਨਾਂ ਦੇ ਐਂਗਲ ਤੋਂ ਕਹਿ ਰਿਹਾ ਬੀਜੇਪੀ ਲਈ ਇਹ ਚੰਗਾ ਹੋਣਾ ਸੀ ਕਿ ਜੇਕਰ ਇਹ ਅੰਦੋਲਨ ਵਾਪਸ ਨੈਗੋਸ਼ੀਏਸ਼ਨ ਨਾਲ ਹੁੰਦਾ, ਕਿਸਾਨਾਂ ਨਾਲ ਗੱਲ ਕਰਕੇ ਹੁੰਦਾ, ਤੇ ਉਹਦੇ ਵਿੱਚ ਇਹ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਕਿ ਦੇਖੋ ਅਸੀਂ ਕਿਸਾਨਾਂ ਨਾਲ ਮਾਣ ਸਤਿਕਾਰ ਨਾਲ ਕਿਸਾਨਾਂ ਦਾ ਮਾਣ ਸਤਿਕਾਰ ਬਹਾਲ ਕੀਤਾ ਜੀ, ਬਜਾਏ ਇਸ ਦੇ ਉਹ ਜਿਹੜੇ ਨੇਤਾ ਨੇ ਬੀਜੇਪੀ ਦੇ, ਈਵਨ ਪ੍ਰਧਾਨ ਮੰਤਰੀ ਜੀ ਨੇ ਵੀ ਹਾਲੇ ਤੱਕ ਵੀ ਇਹ ਨਹੀਂ ਮੰਨਿਆ ਕਿ ਇਹ ਕਾਨੂੰਨ ਗਲਤ ਸੀ। ਕਿਹਾ ਉਹਨਾਂ ਨੇ ਇਹੀ ਹੈ ਕਿ ਕਾਨੂੰਨ ਠੀਕ ਸੀ, ਕਿਸਾਨਾਂ ਦੇ ਪੱਖ 'ਚ ਸੀ, ਲੇਕਿਨ ਅਸੀਂ ਕਿਸਾਨਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਰਹੇ। ਮਤਲਬ ਬਜਾਏ ਇਸ ਦੇ ਇਹ ਪੱਖ ਲੈਂਦੇ ਕਿ ਅਸੀਂ ਦੋਨੇ ਧਿਰਾਂ ਨੇ ਬੈਠ ਕੇ ਵਿਚਾਰਿਆ, ਜੋ ਕੁਝ ਕਿਸਾਨਾਂ ਨੂੰ ਠੀਕ ਲੱਗਦਾ ਹੈ ਅਸੀਂ ਉਹ ਮੰਨ ਲਿਆ। ਜੇ ਤਾਂ ਇਦਾਂ ਕਹਿੰਦੇ ਨਾ ਫਿਰ ਤਾਂ ਕਿਸਾਨਾਂ 'ਚ ਪ੍ਰਭਾਵ ਜਾਂਦਾ ਹੈ। ਉਹ ਤਾਂ ਇਹ ਕਹਿੰਦੇ ਨੇ ਆਪਣੇ ਆਪ ਹੀ, ਉਹਨਾਂ ਨੇ ਦੱਸਤਾ ਵੀ ਅਸੀਂ ਇੱਕ ਵਿਸ਼ੇਸ਼ ਸਿਚੁਏਸ਼ਨ ਦੇ ਵਿੱਚ, ਵਿਸ਼ੇਸ਼ ਸਥਿਤੀ ਦੇ ਵਿੱਚ ਇਹ ਗੱਲ ਮੰਨ ਲਈ। ਦੂਜਾ ਪਤਾ ਨਹੀਂ ਕਿਉਂ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਅਜੇ ਸਮਝ ਨਹੀਂ ਲੱਗੀ, ਮੈਨੂੰ ਉਹਨਾਂ ਦੀ ਰਣਨੀਤੀ ਕੀ ਹੈ ਉਹ ਦੇਖਣੀ ਪਊਗੀ ਕਿ ਬੀਜੇਪੀ ਦੇ ਲੀਡਰ ਹਾਲੇ ਵੀ ਇਹ ਕਹਿ ਰਹੇ ਨੇ ਕਿ 2 ਮਹੀਨਿਆਂ ਤੋਂ ਬਾਅਦ ਸਰਕਾਰ ਚੋਣਾਂ ਤੋਂ ਬਾਅਦ ਅਸੀਂ ਇਹ ਕਾਨੂੰਨ ਦੁਬਾਰਾ ਕਿਸਾਨਾਂ ਨਾਲ ਬੈਠ ਕੇ ਫਿਰ ਲੈ ਕੇ ਆਵਾਂਗੇ। ਇਹ ਕਲੀਅਰ ਹੈ ਕਿ ਇਹਦਾ ਕੋਈ ਫਾਇਦਾ ਕਿਸਾਨ ਅੰਦੋਲਨ ਦਾ, ਕਾਨੂੰਨ ਵਾਪਸ ਲੈਣ ਦਾ ਬੀਜੇਪੀ ਨੂੰ ਨਹੀਂ ਮਿਲੇਗਾ। ਬਸ ਇਸ ਦਾ ਇੱਕੋ ਹੀ ਫਾਇਦਾ ਹੋਏਗਾ ਕਿ ਸ਼ਾਇਦ ਜੇਕਰ ਅੰਦੋਲਨ ਦੇ ਚਲਦਿਆਂ ਇਹ ਇਲੈਕਸ਼ਨਾਂ ਹੁੰਦੀਆਂ ਤਾਂ ਸ਼ਾਇਦ ਬੀਜੇਪੀ ਨੂੰ ਲੋਕਾਂ ਵਿੱਚ ਵਿਚਰਨਾ ਮੁਸ਼ਕਲ ਹੋ ਜਾਣਾ ਸੀ। ਹਾਂ, ਹੁਣ ਉਹ ਮੈਨੂੰ ਉਮੀਦ ਹੈ ਕਿ ਕਿਸਾਨ ਇੰਨਾ ਕੁ ਸੋਚਣਗੇ ਕਿ ਉਹ ਆਰਾਮ ਨਾਲ ਬੀਜੇਪੀ ਦੇ ਨੇਤਾ ਆਪਣੀਆਂ ਰੈਲੀਆਂ ਮੁਜ਼ਾਹਰੇ ਕਰ ਸਕਣ ਤੇ ਉਹ ਵਿਚਰ ਸਕਣ ਲੋਕਾਂ ਦੇ ਵਿੱਚ। ਪਰੰਤੂ ਜਿੱਥੋਂ ਤੱਕ ਕਿਸਾਨਾਂ ਦੀ ਵੋਟ ਦਾ ਸੰਭਾਵਨਾ ਹੈ ਉਹ ਇਸ ਤਰ੍ਹਾਂ ਬੀਜੇਪੀ ਵੱਲ ਨਹੀਂ ਜਾਏਗੀ। ਹੁਣ ਅਗਲੀ ਗੱਲ, ਜੇ ਬੀਜੇਪੀ ਵੱਲ ਨਹੀਂ ਜਾਏਗੀ ਤਾਂ ਜਿਨ੍ਹਾਂ ਲੋਕਾਂ ਦਾ ਮਾੜਾ ਮੋਟਾ ਪ੍ਰਭਾਵ ਬੀਜੇਪੀ ਦੇ ਪੱਖੀ ਜਾਂ ਬੀਜੇਪੀ ਸਮਰਥਕ ਹੋਣ ਦਾ ਰਹੇਗਾ ਉਹ ਵੀ ਨਹੀਂ ਸਫਲ ਹੋਏਗਾ। ਇਸ ਕਰਕੇ ਮੈਨੂੰ ਨਹੀਂ ਲੱਗਦਾ, ਅਮਰਿੰਦਰ ਸਿੰਘ ਨੂੰ ਭਾਵੇਂ ਲੱਗ ਰਿਹਾ ਹਾਲੇ, ਅਮਰਿੰਦਰ ਸਿੰਘ ਦੇ ਨਾਲ ਕੋਈ ਨਾ ਤਾਂ ਹਲ ਦੀ ਘੜੀ ਜੋ ਦਿਖਾਈ ਦੇ ਰਿਹਾ, ਨਾ ਤਾਂ ਕੋਈ ਕਾਡਰ ਗਿਆ, ਨਾ ਕੋਈ ਕਾਂਗਰਸ ਦਾ MLA ਗਿਆ, ਨਾ ਕੋਈ ਕਾਂਗਰਸ ਦਾ ਵੱਡਾ ਨੇਤਾ ਗਿਆ। ਈਵਨ ਜਿਹੜੇ ਉਹਦੇ ਆਪਦੇ ਬਹੁਤ ਨਜ਼ਦੀਕੀ ਨੇਤਾ ਸੀ ਉਹਨਾਂ 'ਚੋਂ ਵੀ ਕੋਈ ਬਹੁਤਾ ਗਿਆ ਨਹੀਂ। ਇਸ ਕਰਕੇ ਹੁਣ ਅਮਰਿੰਦਰ ਸਿੰਘ ਦੀ ਜਿਹੜੀ ਵੋਟ ਹੈ ਕਿਸੇ ਇੱਕ ਪੋਕਟ 'ਚ, ਮੰਨ ਲਓ ਆਪਾਂ ਮੰਨ ਲਈਏ ਹੋ ਸਕਦਾ ਪਟਿਆਲਾ ਸ਼ਹਿਰ ਦੇ ਵਿੱਚ ਉਹ ਅੱਛੀ ਫਾਈਟ ਦੇ ਜਾਣ ਜਾਂ ਜਿੱਤ ਜਾਣ, ਕਿਉਂਕਿ ਉਹਨਾਂ ਨੇ ਬਿਲਕੁਲ ਇਹ ਐਨਾਲਿਸਿਸ ਕੀਤਾ ਹੋਊਗਾ ਕਿ ਜੇਕਰ ਉਹ ਪਟਿਆਲਾ ਸ਼ਹਿਰ ਤੋਂ ਲੜਨਗੇ ਤਾਂ ਬੀਜੇਪੀ ਦੇ ਸਮਰਥਨ ਨਾਲ ਉਹਨਾਂ ਨੂੰ ਹਿੰਦੂ ਵੋਟ ਪੈ ਜਾਏਗੀ, ਤੇ ਜੇ ਉਹ ਹਿੰਦੂ ਵੋਟ ਪੈ ਜਾਂਦੀ ਹੈ ਤਾਂ ਮੁਕਾਬਲੇ 'ਚ ਆ ਜਾਣਗੇ ਤੇ ਆਪਣੀ ਸਮਰੱਥਾ ਨਾਲ ਕੁਝ ਵੋਟ ਲਿਜਾ ਕੇ ਉਹ ਹੋ ਸਕਦਾ ਉਹ ਜਿੱਤ ਵੀ ਜਾਣ। ਪਰੰਤੂ ਉਹ ਪਟਿਆਲਾ ਤੋਂ ਬਿਨਾਂ ਹੋਰ ਕਿਤੇ ਨਹੀਂ ਮੈਨੂੰ ਦਿਖਾਈ ਦਿੰਦਾ ਕਿ ਇਹ ਵਰਤਾਰਾ ਹੋਰ ਕਿਤੇ ਵਾਪਰ ਜੇ, ਕੋਈ ਨਾ ਹੀ ਉਹਨਾਂ ਨਾਲ ਐਡਾ ਵੱਡਾ ਨੇਤਾ ਕੋਈ ਹੋਵੇਗਾ। ਬੀਜੇਪੀ ਜਿਹੜਾ ਇਲੈਕਸ਼ਨ ਲੜੇਗੀ, ਇੱਕ ਇਹ ਗੱਲ ਦੇਖਣ ਚਾਹੀਦੀ ਹੈ ਕਿ ਇਸ ਅੰਦੋਲਨ ਦੇ ਵਿੱਚ, ਕਹਿਣ ਨੂੰ ਭਾਵੇਂ ਕਿਸਾਨਾਂ ਦਾ ਅੰਦੋਲਨ ਕਹਿੰਦੇ ਆ ਕਿਉਂਕਿ ਉਹਨਾਂ ਨੇ ਅਗਵਾਈ ਕੀਤੀ ਹੈ, ਪਰੰਤੂ ਇਸ ਅੰਦੋਲਨ 'ਚ ਛੋਟੇ ਵਪਾਰੀ, ਮਜ਼ਦੂਰ, ਜਿਹੜਾ ਹੇਠਲਾ ਵਰਗ ਹੈ, ਉਹ ਸਾਰੇ ਤਰ੍ਹਾਂ ਦਾ ਵਰਗ ਇਸ ਅੰਦੋਲਨ ਵਿੱਚ ਸ਼ਾਮਲ ਹੋਇਆ। ਔਰ ਇਸ ਦੇ ਨਾਲ ਜਿਹੜਾ ਸ਼ਾਮਲ ਹੋਇਆ ਹੈ ਉਹਦੀ ਖਾਸੀਅਤ ਇਹ ਰਹੀ ਕਿ ਉੱਥੇ ਵੱਡਾ ਇਕੱਠ ਹੁੰਦਾ ਰਿਹਾ। ਉਹ ਇਕੱਠ ਦੇ ਵਿੱਚ ਰੋਜ਼ ਹੀ ਸਰਕਾਰ ਦੀਆਂ ਨੀਤੀਆਂ ਨੂੰ ਭੰਡਿਆ ਗਿਆ, ਜਿਹਦੇ ਨਾਲ ਸਰਕਾਰ ਵੱਲੋਂ ਜਿਹੜਾ ਗੋਦੀ ਮੀਡੀਆ ਦੇ ਰਾਹੀਂ ਪ੍ਰਚਾਰ ਕਰਕੇ ਅਸਰ ਪਾਉਣਾ ਚਾਹੁੰਦੇ ਸੀ, ਉਹਦੀ ਬਜਾਏ ਜਿਹੜੀ ਉੱਥੇ ਰੋਜ਼ ਕਲਾਸ ਚੱਲਦੀ ਰਹੀ, ਜਮਾਤ ਚੱਲਦੀ ਰਹੀ, ਉਹਦਾ ਅਸਰ ਲੋਕਾਂ ਤੇ ਆ ਗਿਆ। ਮੈਂ ਦੇਖਿਆ ਪਿੰਡ 'ਚ ਜਾ ਕੇ, ਪਿੰਡ 'ਚ ਆਮ ਲੋਕ ਆਪਣੇ ਵਾਂਗੂ ਆਰਗੂ ਕਰਨ ਲੱਗ ਗਏ। ਹੁਣ ਲੋਕ ਉਸ ਤਰ੍ਹਾਂ ਨਹੀਂ ਰਹੇ, ਕਿਉਂਕਿ ਉੱਥੇ ਉਹ ਰੋਜ਼ ਜਿਵੇਂ ਕੀਰਤਨ ਚੱਲਦਾ ਸੀ ਨਾ, ਗੱਲਾਂ ਬਾਤਾਂ ਦਾ ਪ੍ਰਵਾਹ ਚੱਲਦਾ ਸੀ, ਉਸ ਪ੍ਰਵਾਹ 'ਚ ਉਹਨਾਂ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਸੁਣਨ ਨੂੰ ਤੇ ਸਮਝਣ ਨੂੰ ਮਿਲੀਆਂ। ਇਸ ਤੋਂ ਇਲਾਵਾ ਜਿਹੜਾ ਮੈਂ ਇਹ ਸਮਝਦਾ ਕਿ ਮੌਕੇ ਦੀ ਸਰਕਾਰ ਜਿਹੜੀ ਬੀਜੇਪੀ ਹੈ, ਇਸ ਸਮੇਂ ਦੇ ਵਿੱਚ ਜਿਹੜਾ ਮੀਡੀਆ ਉਹਨਾਂ ਦੇ ਲਈ ਬਹੁਤ ਸਾਰਾ ਤੰਤਰ ਚਲਾ ਕੇ ਉਹਨਾਂ ਦੀ ਗੱਲ ਨੂੰ ਵੱਡੀ ਕਰਦਾ ਸੀ, ਉਹ ਮੀਡੀਆ ਦੇ ਵਿੱਚ ਆਮ ਲੋਕਾਂ ਦੀ ਬੇਵਿਸ਼ਵਾਸੀ ਹੋਈ ਹੈ। ਤੇ ਸੋਸ਼ਲ ਮੀਡੀਆ ਕਿਸਾਨ ਅੰਦੋਲਨ ਕਰਕੇ ਇੰਨਾ ਵੱਡਾ ਪ੍ਰਭਾਵ ਛੱਡੇਗਾ ਕਿ ਇਸ ਇਲੈਕਸ਼ਨ ਦੇ ਵਿੱਚ
ਉਹ ਮੈਸੇਜ ਜ਼ਿਆਦਾ ਜਾਏਗਾ ਜਿਹੜਾ ਸ਼ਾਇਦ ਬੀਜੇਪੀ ਨੂੰ ਹੋਰ ਨੁਕਸਾਨ ਕਰੇਗਾ। ਹੁਣ ਅਕਾਲੀ ਦਲ ਦੀ ਗੱਲ ਰਹਿ ਗਈ, ਉਹਦੇ ਵਿੱਚ ਅਕਾਲੀ ਦਲ ਨੂੰ ਸਾਫ਼ ਕਰਤਾ ਉਹਨਾਂ ਨੇ ਅੰਦੋਲਨ ਤੋਂ ਬਾਅਦ। ਪਹਿਲਾਂ ਤਾਂ ਅਕਾਲੀ ਦਲ ਆਪਣੀ ਪੋਜੀਸ਼ਨ ਸਪਸ਼ਟ ਹਾਲੇ ਤੱਕ ਕਰ ਹੀ ਨਹੀਂ ਸਕਿਆ, ਮਤਲਬ ਸਪਸ਼ਟ ਤੋਂ ਭਾਵ ਕਿ ਕਿਸਾਨਾਂ ਨੂੰ ਕਨਵਿੰਸ ਨਹੀਂ ਕਰਾ ਸਕਿਆ, ਉਹ ਸਹਿਮਤ ਨਹੀਂ ਕਰਾ ਸਕਿਆ ਕਿ ਅਸੀਂ ਆ ਮਿਨਿਸਟਰੀ ਛੱਡੀ। ਦੂਸਰਾ, ਬੀਜੇਪੀ ਨੇ ਅਕਾਲੀ ਦਲ ਨੂੰ ਹੋਰ ਸੰਕਟ 'ਚ ਪਾ ਦਿੱਤਾ ਹੈ। ਬੀਜੇਪੀ ਨੇ ਉਹਨਾਂ ਨੂੰ ਇਹ ਕਹਿਤਾ ਹੈ ਕਿ ਇਹ ਸਾਡਾ ਛੋਟਾ ਭਰਾ ਹੈ। ਛੋਟੇ ਭਰਾ ਤੋਂ ਇੱਥੇ ਅਰਥ ਕੀ ਹੈ ਜੋ ਮੈਂ ਸਮਝ ਰਿਹਾ, ਉਹਨਾਂ ਦਾ ਅਰਥ ਇਹ ਹੈ ਕਿ ਇਹਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ, ਚੋਣ ਸਮਝੌਤਾ ਨਹੀਂ ਹੋਏਗਾ, ਲੇਕਿਨ ਚੋਣਾਂ ਤੋਂ ਬਾਅਦ ਜੇ ਸਥਿਤੀ ਬਣਦੀ ਹੈ ਤਾਂ ਅਸੀਂ ਉਨੀ ਕੁ ਪੋਜੀਸ਼ਨ ਰੱਖੀਏ, ਇਹਨਾਂ ਨਾਲ ਆਪਣਾ ਜਿਹੜਾ ਸਬੰਧ ਹੈ, ਕਮਿਊਨੀਕੇਸ਼ਨ ਹੈ, ਉਹ ਇੰਨਾ ਕੁ ਬਣਾ ਕੇ ਰੱਖੀਏ ਕਿ ਸਾਨੂੰ ਚੋਣਾਂ ਤੋਂ ਬਾਅਦ ਸਮਝੌਤਾ ਕਰਨ 'ਚ ਦਿੱਕਤ ਨਾ ਆਵੇ। ਜਿਹੜਾ ਇਹ ਮੈਸੇਜ ਇਲੈਕਸ਼ਨਾਂ ਤੋਂ ਪਹਿਲਾਂ ਜਾਏਗਾ, ਇਸ ਦਾ ਨੁਕਸਾਨ ਅਕਾਲੀ ਦਲ ਨੂੰ ਹੋਏਗਾ, ਕਿਸਾਨ ਵੋਟ ਨਹੀਂ ਪਾ ਸਕੇਗਾ। ਹੁਣ ਇਸ ਤੋਂ ਬਿਨਾਂ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਦੇ ਨੇਤਾਵਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ, ਪਰ ਕੇਜਰੀਵਾਲ ਬਹੁਤ ਸਾਰੀ ਆਪਣੀ ਪੋਜੀਸ਼ਨ ਕਲੀਅਰ ਨਹੀਂ ਕਰ ਸਕੇ। ਕਦੇ 2 ਕਦਮ ਅੱਗੇ, ਕਦੇ 2 ਕਦਮ ਪਿੱਛੇ, ਕਦੇ ਕਿਸਾਨਾਂ ਨਾਲ, ਕਦੇ ਉੱਥੇ ਅਸੀਂ ਜੀ ਮਤਲਬ ਉਹਨਾਂ ਦੀ ਸਵੱਛਤਾ ਦਾ ਪ੍ਰਬੰਧ ਕਰ ਰਹੇ ਹਾਂ, ਉਹਨਾਂ ਦੇ ਪਾਣੀ ਦਾ ਪ੍ਰਬੰਧ ਕਰ ਰਹੇ ਹਾਂ, ਕਦੇ ਚੁੱਪ ਕਰ ਜਾਂਦੇ ਸੀ। ਬਹੁਤ ਠੋਕ ਵਜਾ ਕੇ ਕੇਜਰੀਵਾਲ ਇੱਕ ਨੀਤੀ ਨਹੀਂ ਲੈ ਸਕੇ। ਹਾਂ, ਸਾਡੇ ਜਿਹੜੇ ਲੋਕਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੀ, ਉਹਨਾਂ ਨੇ ਬਹੁਤ ਠੋਕ ਵਜਾ ਕੇ ਇਹਨਾਂ ਦਾ ਅੰਦੋਲਨ ਦਾ ਸਮਰਥਨ ਕੀਤਾ ਹੈ, ਪਰੰਤੂ ਉਹਦੇ ਵਿੱਚੋਂ ਉਹ ਲੀਡਰਸ਼ਿਪ ਨਹੀਂ ਕਲੀਅਰ ਕਰ ਪਾ ਰਹੇ ਕਿ ਸਾਡਾ ਲੀਡਰ ਕੌਣ ਹੋਏਗਾ। ਅੱਜ ਸ਼ਾਇਦ ਕੁਝ ਕਰ ਸਕਣ, ਵੱਡੇ ਐਲਾਨ ਕਹਿੰਦੇ ਨੇ ਕਰਨੇ ਨੇ, ਮੈਨੂੰ ਨਹੀਂ ਪਤਾ ਉਹ 'ਚ ਕੀ ਕਰਦੇ ਨੇ, ਉਹਦਾ ਪ੍ਰਭਾਵ। ਸੋ ਕੁੱਲ ਮਿਲਾ ਕੇ ਅੱਜ ਦੀ ਘੜੀ ਇਹ ਦਿਖਾਈ ਦੇ ਰਿਹਾ ਹੈ ਕਿ ਇਸ ਅੰਦੋਲਨ ਦੇ ਵਿੱਚੋਂ ਜੇਕਰ ਕਿਸਾਨ ਕੋਈ ਆਪਣੀ ਪਾਰਟੀ ਬਣਾ ਕੇ ਇਲੈਕਸ਼ਨ ਨਹੀਂ ਲੜਦੇ ਤਾਂ ਇਸ ਅੰਦੋਲਨ ਦਾ ਵੱਧ ਫਾਇਦਾ ਹੈ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਜਾਏਗਾ। ਉਸ ਤੋਂ ਅਗਲਾ ਫਾਇਦਾ ਆਮ ਆਦਮੀ ਪਾਰਟੀ ਨੂੰ ਕੁਛ ਮਿਲ ਸਕਦਾ ਹੈ। ਤੇ ਜਿਹੜੀ ਤੀਸਰੀ ਧਿਰ ਇੱਕ ਹੋਰ ਹੈ, ਉਹ ਢੀਂਡਸਾ ਸਾਹਿਬ ਨੇ ਜਿਹੜਾ ਇੱਕ ਦਲ ਬਣਾਇਆ ਹੈ, ਉਹਦਾ ਹਾਲੇ ਜ਼ਮੀਨ ਤੇ ਕੋਈ ਪ੍ਰਭਾਵ ਨਹੀਂ ਦਿਸ ਰਿਹਾ। ਪ੍ਰਭਾਵ ਤੋਂ ਭਾਵ ਇਹ ਹਾਲੇ ਉਹਦਾ ਇਹ ਸਮਝ ਨਹੀਂ ਲੱਗ ਰਹੀ ਵੀ ਉਹ ਕਿਹਦੇ ਨਾਲ ਉਹਨਾਂ ਦਾ ਅਲਾਇੰਸ ਹੋਏਗਾ। ਆਪ ਉਹ ਐਡੇ ਵੱਡੇ ਦਲ ਦੇ ਰੂਪ 'ਚ ਨਹੀਂ ਉੱਭਰੇ ਕਿ ਉਹ ਬਹੁਤ ਸਾਰੀਆਂ ਸੀਟਾਂ ਜਿੱਤ ਸਕਣ। ਇਸ ਕਰਕੇ ਜਦੋਂ ਉਹਨਾਂ ਦਾ ਕੋਈ ਕਿਸੇ ਨਾਲ ਅਲਾਇੰਸ ਬਣੇਗਾ, ਉਹਦਾ ਐਨਾਲਿਸਿਸ ਮੇਰਾ ਖਿਆਲ ਉਦੋਂ ਕਰਨਾ ਠੀਕ ਰਹੇਗਾ। ਬਿਲਕੁਲ। ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਤੁਹਾਡਾ ਧੰਨਵਾਦ ਜੀ ਬਹੁਤ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਅੰਦੋਲਨ ਤੋਂ ਬਾਅਦ ਪੰਜਾਬ ਦੀ ਸਿਆਸਤ ਕੀ ਹੋਊਗੀ, ਸਾਰੀ ਪਾਰਟੀਆਂ ਦੀ ਅਲੱਗ-ਅਲੱਗ ਪੰਜਾਬ ਦੀ ਸਿਆਸੀ ਸਥਿਤੀ, ਪੰਜਾਬ ਦੀ ਗਰਾਊਂਡ ਲੈਵਲ ਤੇ, ਪੰਜਾਬ ਦੀ ਵੋਟ ਦੇ ਤੌਰ ਦੇ ਉੱਤੇ ਪੰਜਾਬ ਦੀ ਪਾਰਟੀਆਂ, ਰਾਜਨੀਤਿਕ ਪਾਰਟੀਆਂ ਕਿਵੇਂ ਲੋਕਾਂ ਦੇ ਵਿੱਚ ਵਿਚਰ ਰਹੀਆਂ, ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕੀਤੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਦੇ ਰੂਪ ਜ਼ਰੂਰ ਦਿਓ। ਜੇਕਰ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਲਗਾਤਾਰ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ। ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।